जी इकट्ठा माल पाया वे 75 ਤੋਂ 85 ਹਜ਼ਾਰ ਤੱਕ ਝੋਟੀ ਪਈ ਹੈ। ਬਾਹਰ ਦੀਆਂ ਮੰਡੀਆਂ ਤੋਂ ਖਰੀਦਦਾਰੀ ਕੀਤੀ ਹੈ ਤੇ ਅਲਹਮਦੁਲਿਲਾ ਠੀਕ ਹੈ। ਝੋਟੀ 2.5 ਦੀ 2.5 ਦੀ ਵੇਚੀ ਹੈ ਤੇ ਬਰਕਾ ਫੱਗੂ ਵੀ ਅਲਹਮਦੁਲਿਲਾ ਠੀਕ ਹੈ। ਝੋਟੀਆਂ ਮਿਆਰ ਦੇ ਮੁਤਾਬਕ ਵਿਕਣ ਦੀਆਂ ਤੇ ਅੱਲਾਹ ਪਾਕ ਰਿਜ਼ਕ ਦੇ ਇਹਦਾ ਜੀ ਅਲਹਮਦੁਲਿਲਾ। ਝੋਟੀ ਦੇ ਮੁਖਤਲਿਫ ਅੱਲਾਹ ਆਉਂਦਿਆਂ ਪਾਸੇ ਲਾ ਦੇ ਤੇ ਝੋਟੀ ਦੇ ਉੱਤੇ 40 ਤੋਂ 50 ਹਜ਼ਾਰ ਖਰਚਾ ਹੋਵੇ। ਲੰਮੀ ਡੇਰ ਲੱਗ ਜੇ ਜ਼ਿਆਦਾ ਖਰਚਾ ਵੀ ਆ ਜਾਂਦਾ ਵੇ ਤੇ ਚੰਗੀਆਂ ਝੋਟੀਆਂ ਜਿਹੜੀਆਂ ਨੇ ਉਹ ਦਿਲ ਨੂੰ ਲਾ ਕੇ ਤੇ ਬਣ ਛੜੀਆਂ ਨੇ ਜਦੋਂ ਅੱਲਾਹ ਪਾਸੇ ਲੱਗਦੇ ਤੇ ਰਿਜ਼ਕ ਵਾਵਾ ਦੇ ਜਾਂਦੀਆਂ ਨੇ ਜੀ। ਭਾਈਜਾਨ ਝੋਟੀ 5-10 ਹਜ਼ਾਰ ਮਹਿੰਗੀ ਖਰੀਦਣ ਦੀ ਕੋਸ਼ਿਸ਼ ਕਰੀਦੀ ਹੈ। ਸਾਫ ਸੁਥਰੀ ਬਰੀਕ ਝੋਟੀ ਹੋਵੇ, ਪੁੱਠਾ ਚੰਗਾ ਹੋਵੇ, ਥੱਲੇ ਥਣ ਦਾ ਗੁੱਲਾ ਚੰਗਾ ਹੋਵੇ, ਸਾਫ ਨਜ਼ਰ ਆਉਂਦਾ ਹੋਵੇ। ਉਹ ਸਾਫ ਸੁਥਰੀ ਝੋਟੀ ਵੇਖ ਕੇ ਤੇ ਮੰਡੀ 'ਚੋਂ ਖਰੀਦਦਾਰੀ ਕਰੀਦੀ ਹੈ। ਯਾਨੀ ਕਿ ਕਾਟੂ ਮਾਲ ਦੀ ਨਹੀਂ ਕਰੀਦੀ, ਰਾਖੂ ਮਾਲ ਦੀ ਕਰੀਦੀ ਹੈ। ਸਾਫ ਸੁਥਰਾ ਖਰੀਦੀਦਾ। अस्सलाम वालेकुम। वालेकुम सलाम जी। सर कैसे हैं आप? जी अल्हम्दुलिल्लाह, अल्लाह का करम। सर आपका नाम? मोहम्मद वारिस। वारिस साहब किस इलाके तो तलक है? जी तहसील डस्का, पिंड कोटली बोर्ड वाली, जिला सियालकोट। सर माशाल्लाह तुसी किन्ने अरसे तो ਝੋਟੀਆਂ ਦਾ ਕਟੀਆਂ ਦਾ ਕਾਰੋਬਾਰ ਕਰਦੇ ਹੋ? 20 ਸਾਲ ਤੋਂ ਭਾਈਜਾਨ। ਮਾਸ਼ਾਅੱਲਾ ਕਾਫੀ ਸਾਰੇ ਤੁਸੀਂ ਤਜਰਬਾਕਾਰ ਹੋ। ਸੋਹਣਾ ਤੁਸੀਂ ਫਾਰਮ ਬਣਾਇਆ ਹੈ, ਸੋਹਣੇ ਤੁਸੀਂ ਜਾਨਵਰ ਤਿਆਰ ਕੀਤੇ ਨੇ। ਦੋਸਤਾਂ ਨੂੰ ਇਹ ਦੱਸੋ ਕਿ ਇਹ ਜਿਹੜਾ ਝੋਟੀਆਂ ਤਿਆਰ ਕਰਨੀਆਂ ਨੇ ਇਹ ਕਾਰੋਬਾਰ ਕੈਸਾ ਹੈ? ਤੁਸੀਂ 20 ਸਾਲ ਤੋਂ ਇਸ ਕਾਰੋਬਾਰ ਤੋਂ ਕੀ ਸਿੱਖਿਆ ਜਾਂ ਕੀ ਹਾਸਲ ਕੀਤਾ? ਜੀ ਦਿਲ ਦਾ ਸ਼ੌਕ ਹੈ ਜੀ ਅਲਹਮਦੁਲਿल्लाह। ਅੱਲਾਹ ਦਾ ਕਰੋੜ ਸ਼ੁਕਰ ਹੈ, ਅੱਲਾਹ ਨੇ ਬੜਾ ਰਿਜ਼ਕ ਦਿੱਤਾ ਹੋਵੇ। ਦਿਲ ਦਾ ਸ਼ੌਕ ਹੈ, ਸ਼ੌਕ ਨਾਲ ਕੰਮ ਕਰਦੇ ਹਾਂ ਮਾਸ਼ਾਅੱਲਾ। ਤੇ ਇਸ ਟਾਈਮ ਤੁਹਾਡੇ ਫਾਰਮ ਤੇ ਟੋਟਲ ਕਿੰਨੀਆਂ ਝੋਟੀਆਂ ਨੇ? 100 ਝੋਟੀ ਹੈ ਜੀ। ਤੇ ਇਹਨਾਂ ਚੋਂ ਕਿੰਨੀਆਂ ਤਿਆਰ ਹੋ ਗਈਆਂ ਨੇ? ਜੀ ਤਕਰੀਬਨ 35 ਤੋਂ 40 ਝੋਟੀਆਂ ਤਿਆਰ ਨੇ ਮਾਸ਼ਾਅੱਲਾ। ਤੇ ਦੋਸਤਾਂ ਨੂੰ ਦੱਸੋ ਕਿ ਕੋਈ ਝੋਟੀ ਤੁਸੀਂ ਆ ਜਿਹੜੀਆਂ ਤਿਆਰ ਹੋਈਆਂ ਨੇ ਇਹਨਾਂ ਚੋਂ ਕੋਈ ਸੇਲ ਵੀ ਕੀਤੀ ਜੀ? ਕੀਤੀ ਹੈ। ਤੇ ਉਹਨਾਂ ਦਾ ਦੱਸੋ ਨਾ, ਜਿਹੜੀਆਂ ਤੁਸੀਂ ਸੇਲ ਕੀਤੀਆਂ ਨੇ ਉਹਨਾਂ ਨੂੰ ਤੁਸੀਂ ਕਿੰਨਾ ਅਰਸਾ ਰੱਖਿਆ ਸੀ? ਕਿੰਨੇ ਦੀ ਤੁਹਾਨੂੰ ਝੋਟੀ ਮਿਲਦੀ ਏ? ਇਹਦੀ ਤਿਆਰੀ ਤੇ ਕਿੰਨਾ ਖਰਚਾ ਆਉਂਦਾ ਹੈ? ਤੇ ਤੁਹਾਨੂੰ ਇਹ ਜਿਹੜੀ ਝੋਟੀ ਏ ਇਹ ਕਿੰਨਾ ਪ੍ਰੋਫਿਟ ਦੇ ਜਾਂਦੀ ਹੈ? ਜੀ ਇਕੱਠਾ ਮਾਲ ਪਾਇਆ ਵੇ 75 ਤੋਂ 85 ਹਜ਼ਾਰ ਤੱਕ ਝੋਟੀ ਪਈ ਹੈ। ਬਾਹਰ ਦੀਆਂ ਮੰਡੀਆਂ ਤੋਂ ਖਰੀਦਦਾਰੀ ਕੀਤੀ ਹੈ ਤੇ ਅਲਹਮਦੁਲਿल्लाह ਠੀਕ ਹੈ। ਝੋਟੀ 2.5 ਦੀ 2.5 ਦੀ ਵੇਚੀ ਹੈ ਤੇ ਬਰਕਾ ਫੱਗੂ ਵੀ ਅਲਹਮਦੁਲਿल्लाह ਠੀਕ ਹੈ। ਝੋਟੀਆਂ ਮਿਆਰ ਦੇ ਮੁਤਾਬਕ ਵਿਕਣ ਦੀਆਂ ਤੇ ਅੱਲਾਹ ਪਾਕ ਰਿਜ਼ਕ ਦੇ ਇਹਦਾ ਇਨਸ਼ਾਅੱਲਾ। ਸਰ ਤੁਸੀਂ ਜ਼ਿਕਰ ਕੀਤਾ ਹੈ 70 ਤੋਂ 80 ਹਜ਼ਾਰ ਤੱਕ ਤੁਸੀਂ ਝੋਟੀ ਲਈ ਏ। ਜੀ ਜੀ। 2, ਸਵਾ 2, 2.5 ਲੱਖ ਤੱਕ ਸੇਲ ਹੋਈ ਏ। ਜੀ ਜੀ। ਇਹ ਜਿਹੜੀ ਝੋਟੀ ਏ ਤੁਸੀਂ ਇਹਨੂੰ ਕਿੰਨਾ ਅਰਸਾ ਰੱਖਦੇ ਹੋ ਤੇ ਤੁਹਾਡਾ ਕਿੰਨਾ ਖਰਚਾ ਕਰਾਂਦੀ ਏ? ਜੀ ਅਲਹਮਦੁਲਿल्लाह ਝੋਟੀ ਦੇ ਮੁਖਤਲਿਫ ਅੱਲਾਹ ਆਉਂਦਿਆਂ ਪਾਸੇ ਲਾ ਦੇ ਤੇ ਝੋਟੀ ਦੇ ਉੱਤੇ 40 ਤੋਂ 50 ਹਜ਼ਾਰ ਖਰਚਾ ਹੋਵੇ। ਲੰਮੀ ਡੇਰ ਲੱਗ ਜੇ ਜ਼ਿਆਦਾ ਖਰਚਾ ਵੀ ਆ ਜਾਂਦਾ ਵੇ ਤੇ ਚੰਗੀਆਂ ਝੋਟੀਆਂ ਜਿਹੜੀਆਂ ਨੇ ਉਹ ਦਿਲ ਨੂੰ ਲਾ ਕੇ ਤੇ ਬਣ ਛੜੀਆਂ ਨੇ ਜਦੋਂ ਅੱਲਾਹ ਪਾਸੇ ਲੱਗਦੇ ਤੇ ਰਿਜ਼ਕ ਵਾਵਾ ਦੇ ਜਾਂਦੀਆਂ ਨੇ ਮਾਸ਼ਾਅੱਲਾ ਜੀ। ਸਰ ਕੁਝ ਦੋਸਤ ਦੁੱਧ ਦਾ ਕਾਰੋਬਾਰ ਕਰਦੇ ਨੇ ਜੀ। ਕੋਈ ਗਿਣੇ ਚੁਣੇ ਹੁੰਦੇ ਇੱਕਾ ਦੁੱਕਾ ਜੀ ਜੀ। ਜਿਹੜੇ ਝੋਟੀਆਂ ਤਿਆਰ ਕਰਦੇ ਨੇ, ਕਟੀਆਂ ਤਿਆਰ ਕਰਦੇ ਨੇ। ਜੀ ਜੀ। ਤੁਸੀਂ ਮਾਸ਼ਾਅੱਲਾ ਇਹ ਕੰਮ ਕਰਦੇ ਹੋ। ਜੀ ਜੀ। ਤੁਸੀਂ ਦੁੱਧ ਦਾ ਕਾਰੋਬਾਰ ਕਿਉਂ ਨਹੀਂ ਕਰਦੇ? ਤੁਸੀਂ ਇਹ ਹੀ ਕਾਰੋਬਾਰ ਕਿਉਂ ਕਰਦੇ ਹੋ? ਉਹਦੇ ਵਿੱਚ ਕੀ ਵਾਧਾ ਹੈ? ਸ਼ੌਕ ਦਾ ਕੰਮ ਹੈ ਨਾ। ਪਹਿਲਾਂ ਤਿਆਰ ਝੋਟੀ ਲਿਆਈ ਦੀ ਸੀ, ਲਿਆ ਕੇ ਸੇਲ ਕਰੀਦੀ ਸੀ। ਹੁਣ ਸ਼ੌਕ ਆਇਆ, ਸ਼ੌਕ ਦੇ ਨਾਲ ਜਿਹੜੀਆਂ ਨੇ ਕੰਜ ਝੋਟੀਆਂ ਤਿਆਰ ਕਰੀਦੀਆਂ ਨੇ ਜੀ। ਠੀਕ ਹੈ। ਤੇ ਇਸ ਟਾਈਮ ਜਨਾਬ ਦੇ ਫਾਰਮ ਤੇ ਕਿਹੜੀ ਕਿਹੜੀ ਨਸਲ ਦੀਆਂ ਝੋਟੀਆਂ ਮੌਜੂਦ ਨੇ ਤੇ ਉਹਨਾਂ ਦੀ ਖੂਬੀ ਦੱਸੋ, ਉਹਨਾਂ ਦੀ ਪਹਿਚਾਣ ਦੱਸੋ। ਜੀ ਸਾਹੀਵਾਲ ਨਸਲ ਦੀਆਂ ਝੋਟੀਆਂ ਨੇ ਪਾਈਆਂ, ਚੀਚਾ ਵਤਨੀ ਦੀਆਂ ਝੋਟੀਆਂ ਪਾਈਆਂ ਨੇ। ਕੋਈ ਲੁੱਡਣ ਤੋਂ 2 ਗੱਡੀਆਂ ਮਾਲ ਲਿਆਂਦਾ ਹੋਵੇ। ਸੋਹਣੀ ਜਿਲਦ, ਸੋਹਣਾ ਸਿੰਘ ਵਾਲੇ, ਬਰੀਕ ਨੇ, ਪੂਛਲ ਚੰਗੀ ਹੈ, ਪੁੱਠਾ ਚੰਗਾ, ਪਿੱਛੋਂ ਚੱਡੇ ਦੇ ਰੁੱਖ ਸਾਰੇ ਸੋਹਣੇ ਨੇ, ਚੰਗੇ ਨੇ, ਦੁੱਧ ਸ਼ੁੱਧ ਚੰਗਾ ਦਿੰਦੀਆਂ ਨੇ ਮਾਸ਼ਾਅੱਲਾ। ਸਾਹੀਵਾਲ ਨਸਲ ਵੀ ਹੈ, ਚੀਚਾ ਵਤਨੀ ਵੀ ਹੈ ਤੇ ਤੁਸੀਂ ਲੁੱਡਣ ਤੋਂ ਵੀ ਲੈ ਕੇ ਆਏ ਹੋ। ਯਾਨੀ ਕਿ 3-4 ਨਸਲਾਂ ਤੁਹਾਡੇ ਫਾਰਮ ਤੇ ਮੌਜੂਦ ਨੇ। ਜਿਹੜੀ ਸਾਹੀਵਾਲ ਨਸਲ ਹੈ ਤੇ ਜਿਹੜੀ ਚੀਚਾ ਵਤਨੀ ਨਸਲ ਹੈ ਇਹਦੇ 'ਚ ਮੇਨ ਫਰਕ ਕੀ ਹੈ? ਜੀ ਸਾਹੀਵਾਲ ਨਸਲ ਦੀ ਝੋਟੀ ਜਿਹੜੀ ਹੈ ਧੌਣ ਦੀ ਬੜੀ ਬਰੀਕ ਹੈ, ਪੁੱਠੇ ਦੀ ਬੜੀ ਚੌੜੀ ਹੈ, ਪੂਛਲ ਦੀ ਬੜੀ ਸਾਫ ਸੁਥਰੀ ਹੈ ਸਾਹੀਵਾਲ ਦੀ। ਜੀ ਜੀ। ਤੇ ਜਿਹੜੀ ਚੀਚਾ ਵਤਨੀ ਦੀ ਹੈ? ਚੀਚਾ ਵਤਨੀ ਦੀ ਜਿਹੜੀ ਹੈ ਉਸ ਤੋਂ ਵੀ ਬਿਹਤਰ ਹੈ। ਉਹਦੀ ਗਰਦਨ ਉਸ ਤੋਂ ਵੀ ਲੰਮੀ ਹੈ, ਸਾਫ ਸੁਥਰੀ ਹੈ, ਬੇਲ ਲੰਮੀ ਹੈ, ਥਣ ਸੋਹਣਾ ਮੁੱਠੀ ਬਣਾਉਂਦੀ ਹੈ। ਠੀਕ ਹੈ। ਹਾਂਜੀ, ਚੱਡੇ ਦਾ ਰੁੱਖ ਚੰਗਾ ਹੋਵੇ। ਇਹ ਕੁਝ ਦੋਸਤ ਬਲਕਿ ਜ਼ਿਆਦਾ ਦੋਸਤ ਕਹਿੰਦੇ ਨੇ ਨੀਲੀ ਜਾਂ ਰਾਵੀ। ਜੀ।
ਤੁਹਾਡੇ ਕੋਲ ਨੇ ਸਾਈਵਾਲ, ਚੀਚਾਵਤਨੀ, ਲੁੱਡਨ ਦੀਆਂ, ਜੀ ਜੀ ਨੀਲੀਆਂ ਰਾਵੀ ਦੀਆਂ ਵੀ ਨੇ। ਜੀ ਨੀਲੀ ਰਾਵੀ ਦੀ ਸਾਡੇ ਕੋਲ ਨਹੀਂ ਹੈ ਕੋਈ ਵੀ। ਉਹਦੀ ਕੀ ਵਜ੍ਹਾ? ਉਹਦੀ ਵਜ੍ਹਾ ਇਹ ਹੈ ਕਿ ਉਹਦੀ ਪਿੱਛੇ ਮੌਣ ਬੜੀ ਹੈ, ਉਹ ਲਿਆ ਕੇ ਅਸੀਂ ਇੱਥੇ ਤਿਆਰ ਕਰਕੇ ਸਾਡੇ ਕੋਲ ਗਾਹਕ ਨਹੀਂ ਖਰੀਦ ਸਕਦਾ। ਜੀ ਜੀ ਬਿਹਤਰ ਹੋ ਗਿਆ। ਹਾਂ ਜੀ। ਤੇ ਸਾਰਾ ਜਿਹੜੀਆਂ ਝੋਟੀਆਂ ਤੁਸੀਂ ਖਰੀਦਦੇ ਹੋ, ਜੀ, ਜੀ। ਦੋਸਤਾਂ ਨੂੰ ਉਹਨਾਂ ਦੀ ਖਰੀਦਦਾਰੀ ਦੇ ਮੁਤਲਕ ਦੱਸਣਾ ਹੈ। ਜਦੋਂ ਤੁਸੀਂ ਜਨੂਬੀ ਪੰਜਾਬ ਦੇ ਇਲਾਕੇ 'ਚ ਜਾਂਦੇ ਹੋ ਉਦੋਂ ਉਹਨਾਂ ਦੀ ਕਿੰਨੀ ਉਮਰ ਹੁੰਦੀ ਏ ਤੇ ਇਹਨਾਂ ਦੀ ਜਿਹੜੀ ਕੀਮਤ ਹੈ ਉਹਦਾ ਤਯਨ ਕਿੰਜ ਕਰਦੇ ਹੋ? ਜੀ ਜ਼ਿਆਦਾਤਰ ਜਿਹੜੀ ਇਹ ਝੋਟੀ ਖੀਰੀ ਪਾਈ ਦੀ ਹੈ, ਜਵਾਨ ਝੋਟੀ ਵੇਖ ਕੇ ਖੀਰੀ ਪਾਈ ਦੀ ਹੈ, ਪੌਣੇ 2 ਸਾਲ ਦੀ ਉਮਰ ਦੇ ਵਿੱਚ। ਤੇ ਅੱਗੂ ਅੱਲਾ ਕਰੇ ਆਉਂਦੇ ਹੀ ਨਾਲੇ ਪਾਸੇ ਲੱਗ ਜਾਂਦੀਆਂ ਨੇ, ਨਾਲੇ ਦੋਂਦੀਆਂ ਹੋ ਜਾਂਦੀਆਂ ਨੇ। ਅਕਸਰੀਅਤ ਨਾ ਸਾਡੇ ਕੋਲ ਝੋਟੀਆਂ ਦੋਂਦੀਆਂ ਪਾਸੇ ਲੱਗੀਆਂ ਨੇ, ਚੌਗੀਆਂ ਵਿੱਚ ਘੱਟ ਝੋਟੀਆਂ ਨੇ। ਅੱਛਾ ਜੀ। ਇਹ ਜਿਹੜੀ ਝੋਟੀ ਏ ਦੋਂਦੀ ਕਿੰਨੀ ਉਮਰ 'ਚ ਲੱਗਦੀ ਏ ਤੇ ਇਹ ਕਮ ਸੇ ਕਮ ਕਿੰਨੀ ਉਮਰ ਹੋਏ ਤੇ ਵਨ ਲੱਗਦੀ ਏ, ਗੱਬਨ ਹੁੰਦੀ ਏ? ਜੀ 2.5 ਸਾਲ ਤੋਂ ਬਾਅਦ ਦੋਂਦੀ ਝੋਟੀ ਜਦੋਂ ਲੱਗਦੀ ਹੈ ਨਾ 2.5 ਸਾਲ ਦੀ ਤਕਰੀਬਨ ਉਮਰ ਹੋ ਜਾਂਦੀ ਹੈ ਜਦੋਂ ਦੋਂਦੀ ਲੱਗਦੀ ਹੈ। ਜੀ ਜੀ ਜੀ। ਅੱਛਾ 2.5 ਸਾਲ ਦੀ ਉਮਰ ਹੋਏ ਜੀ, ਯਾਨੀ 2.5 ਸਾਲ। 3 ਮਾਹ ਦੀ ਹੋਏ ਤੇ ਇਹ ਗੱਬਨ ਹੋ ਜਾਂਦੀ ਏ? ਗੱਬਣ ਹੋ ਜਾਂਦੀ ਹੈ। ਤੇ ਸਾਰਾ ਵਿੱਚ ਖੀਰੀਆਂ ਕੱਟੀਆਂ ਵੀ ਗੱਬਣ ਹੋਈਆਂ ਨੇ। ਅੱਛਾ ਖੀਰੀਆਂ ਦੀ ਉਮਰ ਕਿੰਨੀ ਹੁੰਦੀ ਏ? ਖੀਰੀਆਂ ਦੀ ਉਮਰ ਪੌਣੇ 2 ਸਾਲ। ਅੱਛਾ ਯਾਨੀ ਜ਼ਿਆਦਾ ਤੋਂ ਜ਼ਿਆਦਾ ਕੋਈ 24 ਮਹੀਨੇ। ਜੀ। ਠੀਕ ਹੈ। ਤੇ ਸਰ ਤੁਸੀਂ ਇਹ ਜਿਹੜੀ ਖਰੀਦਦਾਰੀ ਹੈ ਕਿਸ ਇਲਾਕੇ ਚੋਂ ਕਰਦੇ ਹੋ ਤੇ ਤੁਹਾਨੂੰ ਕਿੰਜ ਅੰਦਾਜ਼ਾ ਹੁੰਦਾ ਹੈ ਕਿ ਇਹ ਜਿਹੜੀ ਤੁਸੀਂ ਝੋਟੀ ਲੈਣ ਲੱਗੇ ਹੋ ਇਹ ਝੋਟੀ ਚੰਗੀ, ਇਹਦੀਆਂ ਕੋਈ ਨਿਸ਼ਾਨੀਆਂ ਦੱਸੋ ਜਿਹੜੇ ਨਵੇਂ ਦੋਸਤ ਨੇ ਉਹਨਾਂ ਨੂੰ ਆਈਡੀਆ ਹੋਈਏ ਕਿ ਚੰਗਾ ਜਾਨਵਰ ਉਹਦੀ ਕੀ ਪਹਿਚਾਣ ਹੈ ਤੇ ਕਿਸ ਇਲਾਕੇ ਚੋਂ ਲੈਣਾ ਹੈ ਤੇ ਕਿਹੜੀਆਂ ਗੱਲਾਂ ਦਾ ਖਿਆਲ ਰੱਖ ਕੇ ਤੇ ਜਾਨਵਰ ਖਰੀਦਣਾ ਹੈ? ਜੀ ਭਾਈਜਾਨ ਝੋਟੀ 5-10 ਹਜ਼ਾਰ ਮਹਿੰਗੀ ਖਰੀਦਣ ਦੀ ਕੋਸ਼ਿਸ਼ ਕਰੀਦੀ ਹੈ। ਸਾਫ ਸੁਥਰੀ ਬਰੀਕ ਝੋਟੀ ਹੋਵੇ, ਪੁੱਠਾ ਚੰਗਾ ਹੋਵੇ, ਥੱਲੇ ਥਣ ਦਾ ਗੁੱਲਾ ਚੰਗਾ ਹੋਵੇ, ਸਾਫ ਨਜ਼ਰ ਆਉਂਦਾ ਹੋਵੇ, ਉਹ ਸਾਫ ਸੁਥਰੀ ਝੋਟੀ ਵੇਖ ਕੇ ਤੇ ਮੰਡੀ 'ਚੋਂ ਖਰੀਦਦਾਰੀ ਕਰੀਦੀ ਹੈ। ਯਾਨੀ ਕਿ ਕਾਟੂ ਮਾਲ ਦੀ ਨਹੀਂ ਕਰੀਦੀ, ਰਾਖੂ ਮਾਲ ਦੀ ਕਰੀਦੀ ਹੈ, ਸਾਫ ਸੁਥਰਾ ਖਰੀਦੀਦਾ। ਮਾਸ਼ਾਅੱਲਾ ਜੀ। ਬਿਹਤਰ ਹੋ ਗਿਆ ਸਰ, ਮਾਸ਼ਾਅੱਲਾ ਤੁਹਾਡੇ ਜਾਨਵਰ ਵਾਕਈ ਸੋਹਣੇ ਨੇ ਤੇ ਸੋਹਣੇ ਤਿਆਰ ਕੀਤੇ ਜੇ। ਜੀ। ਹੁਣ ਉਹਨਾਂ ਦੀ ਜਿਹੜੀ ਤਿਆਰੀ ਏ ਉਹਦੇ ਮੁਤਲਕ ਦੱਸੋ। ਇੱਕ ਤੇ ਦੁੱਧ ਵਾਲੇ ਜਾਨਵਰ ਨੇ ਨਾ, ਉਹਨਾਂ ਦੀ ਖੁਰਾਕ ਅਲੱਗ ਏ ਤੇ ਖਰਚਾ ਵੀ ਜ਼ਿਆਦਾ ਹੈ। ਜੀ ਜੀ। ਇਹ ਜਿਹੜੇ ਜਾਨਵਰ ਨੇ ਜਿਹੜੀਆਂ ਝੋਟੀਆਂ ਨੇ ਜੀ ਜੀ। ਇਹਨਾਂ ਦੀ ਤੁਸੀਂ ਦੱਸਣੀ ਏ ਕਿ ਸ਼ੁਰੂ ਦਿਨ ਤੋਂ ਲੈ ਕੇ ਇਹਨਾਂ ਦੀ ਖੁਰਾਕ ਕੀ ਏ ਤੇ ਜਦੋਂ ਇਹ ਵਨ ਲੱਗ ਜਾਂਦੀਆਂ ਨੇ ਤੇ ਸੂਣ ਦੇ ਕਰੀਬ ਆ ਜਾਂਦੀਆਂ ਨੇ ਜੀ। ਉਦੋਂ ਉਹਨਾਂ ਦੀ ਖੁਰਾਕ ਵਿੱਚ ਤੁਸੀਂ ਕੀ ਫਰਕ ਕਰਦੇ ਹੋ? ਜੀ ਭਾਜੀ ਜਦੋਂ ਝੋਟੀ ਸਾਡੇ ਪਾਸੇ ਲੱਗ ਜਾਂਦੀ ਹੈ ਨਾ 5 ਤੋਂ 4 ਮਾਹ ਦੀ, ਫਿਰ ਉਹਨਾਂ ਨੂੰ ਅਸੀਂ ਦਲੀਆ, ਕੌੜੀ ਖਲ, ਮਿੱਠੀ ਖਲ, ਵੰਡਾ ਛੰਡਾ ਜਿਹੜਾ ਉਹ ਨਾਲ ਇਸਤੇਮਾਲ ਕਰ ਦਈਦਾ ਕਿ ਝੋਟੀ ਲਿੱਸੀ ਨਾ ਹੋਵੇ, ਚੰਗੀ ਜਿਹੜੀ ਉਹ ਬੜੇ ਉਹਦੀ ਪੋਜੀਸ਼ਨ ਚੰਗੀ ਰਵੇ। ਜਿਹੜੀਆਂ ਪਹਿਲਾਂ ਕੰਨ ਝੋਟੀਆਂ ਪਾਈਦੀਆਂ ਨੇ ਉਹਨਾਂ ਨਾਮ ਪੱਠਾ ਦੱਥਾ ਹੀ ਪਾਈਦਾ ਵੇ। ਜੀ। ਕੰਜ ਝੋਟੀਆਂ ਦਾ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਆਮ ਚਾਰਾ ਹੁੰਦਾ ਹੈ ਉਹਦੇ 'ਚ ਕਿਹੜੀ ਕਿਹੜੀ ਚੀਜ਼ ਸ਼ਾਮਲ ਹੁੰਦੀ ਹੈ? ਉਹਦੇ 'ਚ ਮੌਸਮ ਦੇ ਨਾਲ ਜੇ ਅਗਰ ਸਟਾਲੇ ਦਾ ਮੌਸਮ ਹੈ ਤਾਂ ਸਟਾਲੇ ਦਾ ਪਾਲੀ ਦਾ ਨਾਲ ਤੂੜੀ ਚੂੜੀ ਪਾ ਲਈਦੀ ਹੈ। ਸੌਣ ਭਾਦਰੂ ਦਾ ਮੌਸਮ ਹੈ ਤੇ ਚਰੀ ਨਾਲ ਬਾਜਰਾ ਛਾਜਰਾ ਪਾ ਲਿਆ। ਜੀ। ਮਕਈ ਦਾ ਪੱਠਾ ਪਾ ਲਿਆ। ਅੱਛਾ ਜੀ। ਇਹ ਜਿਹੜਾ ਤੁਸੀਂ ਕਹਿ ਰਹੇ ਹੋ ਦਲੀਆ ਵਗੈਰਾ, ਖਲ ਵਗੈਰਾ, ਜੀ, ਜੀ। ਇਹ ਜਦੋਂ 5 ਮਾਹ ਦੀ ਗੱਭਣ ਹੋਈ ਦੀ ਫੇਰ ਸ਼ੁਰੂ ਕਰਨਾ ਹੈ? ਜੀ 5 ਮਾਹ ਤੋਂ ਸ਼ੁਰੂ ਕਰ ਦਿੰਦੇ ਆ, ਫਿਰ ਲਿੱਸੀ ਨਾ ਹੋਵੇ, ਜ਼ਰਾ ਜ਼ਿਆਦਾ ਵਜੂਦ ਉਹਦਾ ਬਣੇ, ਚੱਡਾ ਚੰਗਾ ਬਣੇ। ਅੱਛਾ ਸਰ, ਇਸ ਤੋਂ ਇਲਾਵਾ ਤੁਸੀਂ ਇਹ ਜਾਨਵਰਾਂ ਨੂੰ ਜਦੋਂ ਸੂਣ ਦੇ ਕਰੀਬ ਹੁੰਦੇ ਨੇ ਕੋਈ ਤੇਲ ਜਾਂ ਘੀ ਵਗੈਰਾ ਵੀ ਦਿੰਦੇ ਹੋ? ਜੀ ਨਹੀਂ, ਮੌਸਮ ਦੇ ਨਾਲ ਗਰਮੀ ਹੈ, ਗਰਮੀ 'ਚ ਤੇਲ ਘਿਓ ਨਹੀਂ ਦੇਈਦਾ। ਅੱਛਾ ਜੀ। ਖਲ ਵੰਡਾ ਹੀ ਪਾਣਾ ਵਾ। ਤੇ ਅਗਰ ਸਰਦੀ ਹੋਏ ਤੇ? ਸਰਦੀ ਹੋਏ ਫਿਰ ਤੇਲ ਘਿਓ ਦੇਈਦਾ। ਠੀਕ ਹੈ। ਗਰਮੀ 'ਚ ਘਿਓ ਜਾਂ ਤੇਲ ਬਿਲਕੁਲ ਨਹੀਂ ਦੇਣਾ? ਬਿਲਕੁਲ ਨਹੀਂ ਦੇਣਾ, ਕੋਈ ਸ਼ੈ ਨਹੀਂ ਦੇਣੀ। ਕੁਝ ਦੋਸਤ ਤੇ ਕਹਿੰਦੇ ਨੇ ਕਿ ਅਗਰ ਗਰਮੀ ਹੈ ਤੇ ਤੁਸੀਂ ਸਰਸੋਂ ਦਾ ਤੇਲ ਦੇ ਲਓ। ਸਰਸੋਂ ਦਾ ਤੇਲ ਉਹ ਪਹਿਲਾਂ ਕੋਈ 2 ਮਹੀਨੇ ਕਿਤਰਾ ਹੋਣਾ ਚਾਹੀਦਾ, ਤਿਆਰ ਝੋਟੀ ਨਹੀਂ ਦੇਣਾ ਚਾਹੀਦਾ। ਅੱਛਾ। ਨੁਕਸਾਨ ਦਿੰਦਾ ਗਰਮੀ 'ਚ। ਠੀਕ ਹੈ ਜੀ। ਤੇ ਸਰ ਤੁਸੀਂ ਮਾਸ਼ਾਅੱਲਾ 100 ਝੋਟੀਆਂ ਖਰੀਦੀਆਂ ਹਨ, ਜੀ ਜੀ। ਇਹਨਾਂ 'ਚ ਸਾਰੀਆਂ ਵਨ ਲੱਗ ਗਈਆਂ ਨੇ ਜਾਂ ਕਿ ਕੁਝ ਖਾਲੀ ਵੀ ਨਿਕਲੀਆਂ ਨਹੀਂ, ਨੇ? ਖਾਲੀ ਵੀ ਨਿਕਲੀਆਂ ਨੇ, 15 ਤੋਂ 16 ਝੋਟੀਆਂ ਖਾਲੀ ਨਿਕਲੀਆਂ ਨੇ। 100 ਚ 100 ਚ। ਉਹਨਾਂ ਦੀ ਕੀ ਵਜ੍ਹਾ ਬਣੀ? ਬਸ ਉਹ ਕੁਦਰਤੀ ਗੱਲ ਹੈ, ਬਣਦੀਆਂ ਰਹੀਆਂ ਨੇ, ਖਰਾਬ ਫਰਾਲ ਹੋ ਗਈਆਂ ਨੇ, ਉਹ ਨਹੀਂ ਬਣੀਆਂ। ਅੱਛਾ। ਹਾਂਜੀ, ਉਹ ਸੇਲ ਕਰ ਦਿੱਤੀਆਂ ਨੇ ਦੁਬਾਰੇ। ਉਹਨਾਂ 'ਚ ਕੋਈ ਅੰਦਰੂਨੀ ਬਿਮਾਰੀ ਸੀ ਜਾਂ ਕਿ ਕੋਈ? ਅੰਦਰ ਉਹਨਾਂ ਦੇ ਮੇਜ਼ੇ ਦੇ ਵਿੱਚ ਕੋਈ ਵਰਮ ਦਾ ਮਸਲਾ ਹੋ ਜਾਂਦਾ। ਅੱਛਾ ਜੀ, ਜਿਹਦੀ ਵਜ੍ਹਾ ਤੋਂ ਪਾਸੇ ਨਹੀਂ ਲੱਗੀਆਂ ਉਹ। ਤੇ ਉਹਨਾਂ ਦਾ ਫਿਰ ਹੱਲ ਜਿਹੜਾ ਉਹਨਾਂ ਨੂੰ ਸੇਲ ਕਰਨਾ ਜਾਂ ਕਿ ਉਹਨਾਂ ਦਾ ਕੋਈ ਇਲਾਜ ਕਰਾ ਕੇ ਇਲਾਜ ਕਰਾਏ, ਜਿਹਦੇ ਇਲਾਜ ਕੀਤੇ ਹੋ ਜਾਣ, ਪਾਸੇ ਲੱਗ ਜਾਣ ਤੇ ਬਿਹਤਰ ਹੈ, ਅਗਰ ਨਾ ਹੋਣ ਤੇ ਫਿਰ ਉਹਨਾਂ ਨੂੰ ਫਰੋਖਤ ਕਰ ਦੇਈਦਾ ਵੇ। ਅੱਛਾ। ਜੀ। ਤੇ ਉਹ ਜਿਹੜੀਆਂ ਤੁਸੀਂ ਹਾਲੀ ਨਿਕਲੀਆਂ ਨੇ ਜੀ। ਉਹਨਾਂ ਦੀ ਵੀ ਤੁਸੀਂ ਸੇਵਾ ਕੀਤੀ ਏ? ਜੀ, ਜੀ। ਉਹ ਵੀ ਕੋਈ ਫਾਇਦਾ ਦੇ ਗਈਆਂ ਨੇ ਜਾਂ ਕਿ ਨੁਕਸਾਨ ਹੋਇਆ? ਇਹ ਮਜ਼ੀਦ ਨੁਕਸਾਨ ਕਰ ਗਈਆਂ ਨੇ। ਅੱਛਾ ਜੀ। 10-15 ਹਜ਼ਾਰ ਨੁਕਸਾਨ ਕਰ ਗਈਆਂ ਨੇ। ਠੀਕ ਹੈ, ਯਾਨੀ ਕਿ ਅਗਰ ਝੋਟੀ ਵਨ ਨਾ ਲੱਗੇ ਤੇ ਫਿਰ ਮਾਲਕ ਨੂੰ ਨੁਕਸਾਨ ਹੋਈ ਜਾਂਦਾ। ਨੁਕਸਾਨ ਦੇ ਜਾਂਦੀਆਂ ਨੇ। ਠੀਕ ਹੈ ਜੀ। ਸਰ ਤੁਸੀਂ ਪਹਿਲੇ ਜ਼ਿਕਰ ਕੀਤਾ ਹੈ ਜਾਨਵਰਾਂ ਦੇ ਤਕਰੀਬਨ 40-45 ਹਜ਼ਾਰ ਖਰਚਾ ਹੁੰਦਾ ਹੈ। ਜੀ। ਇਹ ਕਿੰਨੇ ਅਰਸੇ ਚ ਇੰਨਾ ਖਰਚਾ ਹੁੰਦਾ ਹੈ? ਜੀ ਤਕਰੀਬਨ 7 ਤੋਂ 8 ਮਹੀਨੇ ਚ।
7 ਤੋਂ 8 ਮਹੀਨੇ 8 ਚ ਮਹੀਨੇ ਚ ਇਹ ਤੁਸੀਂ ਇੰਨੇ ਮਾਨਾਂ ਨੂੰ ਰੱਖਦੇ ਹੋ? ਜੀ ਇੰਨੇ ਮਾਂ ਨਿਕਲਦੀਆਂ ਜਾਂਦੀਆਂ ਨਾ, ਜਿਉਂ-ਜਿਉਂ ਤਿਆਰ ਹੁੰਦੀਆਂ ਜਾਂਦੀਆਂ ਨੇ ਹੂੰ। ਫਿਰ ਉਹ ਨਾਲੋਂ ਨਾਲ ਸੇਲ ਹੁੰਦੀਆਂ ਜਾਂਦੀਆਂ ਨੇ ਅੱਛਾ ਜੀ। ਠੀਕ ਹੈ। ਤੇ ਇਸ ਟਾਈਮ ਤੁਹਾਡੇ ਫਾਰਮ ਤੇ ਤਕਰੀਬਨ 30-35 ਨੇ ਜਿਹੜੀਆਂ ਬਿਲਕੁਲ ਤਿਆਰ ਨਹੀਂ ਹੁਣ ਇਹ ਸੇਲ? ਬਿਲਕੁਲ ਤਿਆਰ ਨੇ, 15 ਤੋਂ 16 ਜਿਹੜੀਆਂ ਨੇ ਉਹ ਸੂਈਆਂ ਨੇ ਅੱਛਾ ਜੀ। ਇਹਨਾਂ ਦਾ ਦੱਸੋ ਹਾਂ ਕੋਈ ਰੇਟ, ਕੋਈ ਜਾਨਵਰ ਦੱਸੋ ਦੋਸਤਾਂ ਨੂੰ ਇੱਥੇ ਜਿਹੜੇ ਤੇ ਬਰਾਈ ਸੇਲ ਨੇ, ਉਹ ਜ਼ਰਾ ਵੇਖਣ, ਉਹਨਾਂ ਦੀ ਕੀਮਤ ਦੱਸੋ ਉਹ ਉਹਨਾਂ ਨੂੰ। ਦੂਸਰੀ ਹਵੇਲੀ ਦੇ ਵਿੱਚ ਨੇ, ਉੱਧਰ ਨੇ? ਦੂਸਰੇ ਫਾਰਮ ਦੇ ਵਿੱਚ ਨੇ। ਚਲੋ ਵੈਸੇ ਤੁਹਾਡੇ ਕੋਲ ਜਿਹੜੇ ਜਾਨਵਰ ਨੇ ਉਹਨਾਂ ਦੀ ਕਮ ਸੇ ਕਮ ਕਿੰਨੀ ਕੀਮਤ ਹੈ, ਜਿਹੜੇ ਹੁਣ ਸੇਲ ਕਰਨੇ ਨੇ, ਤੇ ਜ਼ਿਆਦਾ ਤੋਂ ਜ਼ਿਆਦਾ ਕਿੰਨੀ ਕੀਮਤ ਹੈ? 2.5 ਤੋਂ 2.5 2.5 ਤੋਂ 2.5 ਜੀ। ਆ ਜਿਹੜੇ ਸੇਲ ਕਰਨੇ ਨੇ ਉਹ ਜਾਨਵਰ ਸੂਏ ਨੇ ਜਾਂ ਕਿ ਹਲੇ ਗੱਬਨ ਨੇ? ਨਹੀਂ, ਕੋਈ ਗੱਬਣ ਨੇ, ਕੋਈ ਸੂਏ ਨੇ ਅੱਛਾ ਜੀ। ਚਲੋ ਸਰ ਤੁਹਾਡਾ ਨੰਬਰ ਸਕਰੀਨ ਤੇ ਚਲਾ ਦਾਂਦੇ, ਦੋਸਤ ਤੁਹਾਡੇ ਨਾਲ ਰਾਬਤਾ ਕਰ ਲੈਂਦੇ। ਬੜੀ ਮਾਸ਼ਾਅੱਲਾ ਬੜੀ ਸੋਹਣੀ ਤੁਸੀਂ ਗੁਫ਼ਤਗੂ ਕਰਦੇ ਹੋ ਪਏ। ਜੀ। ਇਹ ਜਿਹੜੇ ਜਾਨਵਰ ਨੇ ਇਹਨਾਂ ਨੂੰ ਕੋਈ ਬਿਮਾਰੀ ਵਗੈਰਾ ਤੇ ਨਹੀਂ ਜੀ ਹੁੰਦੀ? ਅਲਹਮਦੁਲਿਲਾ ਬਿਲਕੁਲ। ਡਾਕਟਰ 8 ਦਿਨ ਤੋਂ ਬਾਅਦ ਆਉਂਦਾ, ਬਕਾਇਦਾ ਵਿਜ਼ਿਟ ਕਰਦਾ ਵੇ, ਕੋਈ ਮਸਲਾ ਮਸਾਇਲ ਹੋਏ ਤੇ ਉਹਨੂੰ ਦਵਾਈ ਸ਼ਵਾਈ ਦਿੰਦਾ ਵੇ ਅੱਛਾ ਜੀ, ਕੇਅਰ ਕਰਦਾ ਵੇ ਤੇ ਕੋਈ ਦੇਸੀ ਇਲਾਜ ਵੀ ਇਹਨਾਂ ਦਾ ਕਰਦੇ ਹੋ? ਜੀ। ਦੇਸੀ ਦੀ ਵੀ ਜ਼ਰੂਰਤ ਪਏ ਤੇ ਕਰ ਲੈਂਦਾ, ਨਹੀਂ ਤੇ ਡਾਕਟਰ ਸਾਹਿਬ ਆਉਂਦੇ ਨੇ ਫਾਰਮ ਦੇ ਵਿੱਚ, ਜੀ। ਉਹ ਹਰ 10 ਦਿਨ ਤੋਂ ਬਾਅਦ ਚੈੱਕ ਕਰ ਲੈਂਦੇ ਨੇ, ਕੋਈ ਡੰਗਰ ਪੱਠੇ ਛੱਟੇ ਨਾ ਕਰਦਾ ਹੋਵੇ, ਕੋਈ ਮਸਲਾ ਮਸਾਇਲ ਹੋਵੇ ਤੇ ਉਹ ਦਵਾਈ ਦਿੰਦੇ, ਅੱਲਾ ਕਰੇ ਬਿਹਤਰ ਹੋ ਜਾਂਦਾ ਕੋਈ ਮਸਾਲਾ ਤਿਆਰ ਕੀਤਾ ਹੈ? ਜੀ। ਮਸਾਲੇ ਮਸੂਲੇ ਤਿਆਰ ਕੀਤੇ ਉਹ ਸਰ ਦੋਸਤਾਂ ਨੂੰ ਦੱਸੋ ਹਾਂ, ਮਸਾਲਾ ਕਿੰਨੇ ਦਿਨ ਬਾਅਦ ਦਿੰਦੇ ਹੋ ਤੇ ਕਿਹੜੀ ਕਿਹੜੀ ਚੀਜ਼ਾਂ ਦਾ ਤਿਆਰ ਕੀਤਾ ਹੈ? ਜੀ। ਇਹੀ ਜ਼ਿਆਦਾਤਰ ਤੇ ਦਿੰਦੇ ਆ ਪਏ ਮਸਾਲਾ ਜਿਹੜਾ ਵੇ ਉਹ ਅਦਰਕ, ਮਿਰਚ ਤੇ ਗੰਡਾ ਛੰਡਾ ਜਿਹੜੀਆਂ ਦੇਸੀ ਮਸਾਲਾ ਉਹ ਹੀ ਦਿੰਦੇ ਆ ਪਏ, ਸੂਣ ਵਾਲੀਆਂ ਮੱਝਾਂ ਨੇ, ਠੀਕ ਹੈ ਦੂਸਰਾ ਮਸਾਲਾ ਨਹੀਂ ਦੇ ਰਹੇ ਠੀਕ ਹੈ ਜੀ। ਘਰ ਦਾ ਮਸਾਲਾ ਖੁਦ ਹੀ ਤਿਆਰ ਕੀਤਾ ਠੀਕ ਹੈ। ਫਾਰੂਕ ਸਾਹਿਬ ਤੁਸੀਂ ਬੜੀਆਂ ਸੋਹਣੀਆਂ ਗੱਲਾਂ ਕੀਤੀਆਂ ਨੇ। ਹੋਰ ਤੁਹਾਡੇ ਕੰਮ ਦੇ ਮੁਤਲਕ ਕੋਈ ਅਹਿਮ ਗੱਲ ਜੀ। ਜਿਹੜੀ ਮੈਂ ਨਹੀਂ ਪੁੱਛੀ, ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਕਾਰੋਬਾਰ ਦੇ ਮੁਤਲਕ ਇਹ ਗੱਲ ਦੱਸਣੀ ਜ਼ਰੂਰੀ ਹੈ? ਨਹੀਂ, ਕੋਈ ਨਹੀਂ, ਅਲਹਮਦੁਲਿਲਾ ਠੀਕ ਹੈ। ਕੋਈ ਦੋਸਤ ਭੈਣ ਭਰਾ ਆਉਣ ਦੇ ਫਿਰ ਪੁੱਛਣ ਦੇ, ਠੀਕ ਹੈ। ਜੀ ਉਹਨਾਂ ਨੂੰ ਜਿਹੜਾ ਬਿਹਤਰ ਹੱਲ ਹੋਇਆ ਉਹ ਦੱਸਾਂਗੇ ਤੇ ਜਿਹੜੇ ਦੋਸਤ ਇਹ ਕੰਮ ਕਰਨਾ ਚਾਹੁੰਦੇ ਨੇ, ਝੋਟੀਆਂ ਤਿਆਰ ਕਰਕੇ ਪੈਸੇ ਕਮਾਉਣਾ ਚਾਹੁੰਦੇ ਨੇ? ਜੀ। ਅਲਹਮਦੁਲਿਲਾ ਅੱਲਾ ਬੜਾ ਰਿਜ਼ਕ ਦੇ ਇਹਦਾ, ਮਿਹਨਤ ਦੇ ਨਾਲ ਹੀ ਹੈ। ਠੀਕ ਅੱਲਾ ਜ਼ਾਤ ਰਿਜ਼ਕ ਦੇ ਨਾਲ ਹੀ। ਠੀਕ ਹੈ। ਵਾਰਿਸ ਸਾਹਿਬ ਬਹੁਤ ਸ਼ੁਕਰੀਆ, ਤੁਸੀਂ ਆਪਣਾ ਕੀਮਤੀ ਵਕਤ ਦਿੱਤਾ, ਬੜੀ ਸੋਹਣੀ ਤੇ ਉਮਦਾ ਗੁਫ਼ਤਗੂ ਕੀਤੀ ਹੈ। ਅੱਲਾ ਹਾਫਿਜ਼। ਜੀ, ਬੜੀ ਮਿਹਰਬਾਨੀ।